ਪਿਆਰੇ ਵਿਦਿਆਰਥੀਓ, ਅੱਜ ਅਸੀਂ ਗੱਲ ਕਰਾਂਗੇ CBSE ਵੱਲੋਂ ਜਿਹੜੀ ਪੰਜਾਬੀ ਭਾਸ਼ਾ ਦੇ ਪੇਪਰ ਵਿੱਚ ਜੋ ਬਦਲਾਵ ਕੀਤੇ ਗਏ ਹੈ ਉਸ ਚੀਜ਼ ਦੀ। ਹੁਣ ਜਿਹੜਾ ਹੈਗਾ ਹੈ ਤੁਹਾਡੇ ਪੇਪਰ ਹੈ ਉਹ ਟਰਮ 1 ਅਤੇ ਟਰਮ 2 ਦੇ ਵਿੱਚ ਵੰਡੇ ਗਏ ਨੇ। ਟਰਮ 1 ਦਾ ਸਮਾਂ ਨਿਸ਼ਚਿਤ ਕੀਤਾ ਗਿਆ ਜੀ 90 ਮਿੰਟ ਔਰ ਟਰਮ 2 ਦਾ 2 ਘੰਟੇ। ਟਰਮ 1 ਦੇ ਵਿੱਚ CBSE ਨੇ ਕਿਹਾ ਕਿ ਬਹੁ ਵਿਕਲਪੀ ਪ੍ਰੀਖਿਆ ਲਿੱਤੀ ਜਾਏਗੀ। ਉਹਦੇ ਵਿੱਚ ਤੁਹਾਨੂੰ ਬਹੁ ਵਿਕਲਪੀ ਪ੍ਰਸ਼ਨ ਉੱਤਰ ਪੁੱਛੇ ਜਾਣਗੇ ਜੋ ਕਿ 40 ਅੰਕਾਂ ਦੇ ਹੋਣਗੇ। ਟਰਮ 2 ਦੇ ਵਿੱਚ ਲਿਖਤੀ ਪ੍ਰੀਖਿਆ ਹੋਵੇਗੀ ਜਿਹੜੀ ਕਿ 40 ਅੰਕਾਂ ਦੀ ਹੋਵੇਗੀ। ਆਂਤਰਿਕ ਮੁਲਾਂਕਣ ਟਰਮ 1 ਦੇ ਵਿੱਚ 10 ਅੰਕਾਂ ਦਾ ਹੋਵੇਗਾ ਔਰ ਟਰਮ 2 ਦੇ ਵਿੱਚ ਵੀ 10 ਅੰਕਾਂ ਦਾ ਹੋਵੇਗਾ। ਇਸ ਤਰ੍ਹਾਂ ਇਹ ਕੁੱਲ ਅੰਕ 100 ਅੰਕ ਬਣਦੇ ਪਏ ਨੇ। ਪੰਜਾਬੀ ਭਾਸ਼ਾ ਸਿੱਖਣ ਦੇ ਉਦੇਸ਼ ਜਿਹੜੇ ਹੈ CBSE ਵੱਲੋਂ ਨਿਯਤ ਕੀਤੇ ਗਏ ਕਿ ਪੰਜਾਬੀ ਭਾਸ਼ਾ ਦੇ ਗਿਆਨ ਨੂੰ ਸਮਝ ਕੇ ਉਸਦੀ ਢੁਕਵੀਂ ਵਰਤੋਂ ਦੇ ਯੋਗ ਬਣਾਉਣਾ ਅਤੇ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਕਵਿਤਾ, ਨਾਟਕ, ਨਾਵਲ, ਕਹਾਣੀ ਅਤੇ ਵਾਰਤਕ ਤੋਂ ਜਾਣੂ ਕਰਾਉਣਾ ਤਾਂ ਕਿ ਵਿਦਿਆਰਥੀ ਭਾਸ਼ਾ ਦੇ ਵੱਖ-ਵੱਖ ਕੌਸ਼ਲਾਂ ਵਿੱਚ ਨਿਪੁੰਨ ਹੋ ਕੇ ਆਪਣੀ ਬਹੁਪੱਖੀ ਪ੍ਰਤਿਭਾ ਦਾ ਵਿਕਾਸ ਕਰ ਸਕਣ। ਭਾਸ਼ਾ ਦਾ ਮੂਲ ਉਦੇਸ਼ ਵਿਦਿਆਰਥੀਆਂ ਨੂੰ ਪੰਜਾਬੀ ਸਾਹਿਤਕ ਵਿਰਸੇ ਨਾਲ ਜੋੜਨਾ ਹੈ। ਇਸ ਖਾਸ ਉਦੇਸ਼ ਨੂੰ ਸਾਹਮਣੇ ਰੱਖ ਕੇ CBSE ਆਮ ਤੌਰ 'ਤੇ ਬਦਲਾਵ ਕਰਦੀ ਹੈ। ਲਿਖਤੀ ਪ੍ਰੀਖਿਆ ਦੀ ਗੱਲ ਜੇ ਅਸੀਂ ਕਰੀਏ, ਰਿਟਨ ਐਗਜ਼ਾਮ ਜਿਹਨੂੰ ਤੁਸੀਂ ਕਹਿੰਦੇ ਹੋ, ਉਹ ਇਹਨਾਂ ਨੇ ਕਿਸ ਤਰ੍ਹਾਂ ਵੰਡਿਆ ਉਹ ਦੇਖਦੇ ਹਾਂ। ਸਭ ਤੋਂ ਪਹਿਲਾਂ ਜਿਹੜਾ ਐਡਵਾਂਸ ਪੜ੍ਹਨ ਕੌਸ਼ਲ ਹੈਗਾ ਉਹ ਟਰਮ 1 ਵਿੱਚ ਆਊਗਾ, ਉਹ ਟਰਮ 2 ਦੇ ਵਿੱਚ ਨਹੀਂ ਆਏਗਾ। ਮੈਂ ਦੁਬਾਰਾ ਸਮਝਾ ਰਹੀ ਹਾਂ ਕਿ ਟਰਮ 1 ਵਿੱਚ ਆਏਗਾ, ਟਰਮ 2 ਦੇ ਵਿੱਚ ਨਹੀਂ ਆਏਗਾ CBSE ਦੇ ਅਕੋਰਡਿੰਗਲੀ। ਅਤੇ ਵਿਆਕਰਨ ਉਹ 12 ਅੰਕਾਂ ਦਾ ਟਰਮ 1 ਵਿੱਚ ਆਏਗਾ ਔਰ 8 ਅੰਕਾਂ ਦਾ ਟਰਮ 2 ਦੇ ਵਿੱਚ ਆਏਗਾ। ਪ੍ਰਭਾਵਸ਼ਾਲੀ ਲਿਖਣ ਕੌਸ਼ਲ ਉਹ ਟਰਮ 1 ਵਿੱਚ ਨਹੀਂ ਆਉਣਾ, ਉਹ ਟਰਮ 2 ਦੇ ਵਿੱਚ ਆਏਗਾ ਜੋ ਕਿ 15 ਅੰਕਾਂ ਦਾ ਹੋਵੇਗਾ। ਸਾਹਿਤ ਯਾਨੀ ਪਾਠ ਪੁਸਤਕਾਂ 'ਤੇ ਆਧਾਰਿਤ ਜਿਹੜੇ ਪ੍ਰਸ਼ਨ ਉੱਤਰ ਹੋਣਗੇ ਟਰਮ 1 ਵਿੱਚ 13 ਅੰਕਾਂ ਦੇ ਆਉਣਗੇ ਔਰ ਟਰਮ 2 ਦੇ ਵਿੱਚ 17 ਅੰਕਾਂ ਦੇ ਆਉਣਗੇ। ਆਂਤਰਿਕ ਮੁਲਾਂਕਣ ਜਿਹੜਾ ਹੋਏਗਾ, ਜਿਹਨੂੰ ਅਸੀਂ ਕਹਿੰਦੇ ਹਾਂ, ਜਿਹਦੇ ਵਿੱਚ ਅਸਾਈਨਮੈਂਟਸ ਵਗੈਰਾ ਆ ਜਾਂਦੀਆਂ ਹੈਗੀਆਂ, ਤੁਹਾਡੀ ਇੰਟਰਨਲ ਅਸੈਸਮੈਂਟ, ਇਹ ਕੁੱਲ 20 ਅੰਕਾਂ ਦੀ ਹੋਏਗੀ। 10 ਅੰਕਾਂ ਦੀ ਟਰਮ 1 ਵਿੱਚ ਔਰ 10 ਅੰਕਾਂ ਦੀ ਟਰਮ 2 ਦੇ ਵਿੱਚ ਹੋਏਗੀ। ਹੁਣ ਅਸੀਂ ਗੱਲ ਕਰਦੇ ਹਾਂ ਪ੍ਰੀਖਿਆ ਲਈ ਪਾਠਕ੍ਰਮ ਅਤੇ ਅੰਕ ਵੰਡ ਦੀ। ਜਿਹੜੇ ਟਰਮ 1 ਵਿੱਚ ਕਿਸ ਤਰ੍ਹਾਂ ਆਉਣਾ ਹੈਗਾ, ਪੜ੍ਹਨ ਕੌਸ਼ਲ 2 ਅਣਡਿੱਠੇ ਪੈਰੇ ਦਿੱਤੇ ਜਾਣਗੇ ਜੀ ਤੁਹਾਨੂੰ, ਜਿਹੜੇ 150 ਤੋਂ 200 ਸ਼ਬਦਾਂ ਦੇ ਵਿਚਕਾਰ ਹੋਣਗੇ। 5 ਜਿਹੜੇ ਹੈ ਬਹੁ ਵਿਕਲਪੀ ਪ੍ਰਸ਼ਨ ਤੁਹਾਨੂੰ ਪੁੱਛੇ ਜਾਣਗੇ, 10 ਅੰਕਾਂ ਦੇ ਹੋਣਗੇ। ਇਹ ਅਣਡਿੱਠੀ ਕਾਵਿ ਟੁਕੜੀ ਨਾਲ ਸੰਬੰਧਿਤ 5 ਬਹੁ ਵਿਕਲਪੀ ਪੁੱਛੇ ਜਾਣਗੇ, ਇਹ ਵੀ 5 ਅੰਕਾਂ ਦੇ ਹੋਣਗੇ। ਤਾਂ ਇਹ ਜਿਹੜੇ ਪੜ੍ਹਨ ਕੌਸ਼ਲ ਵਾਲਾ ਵਿੱਚੋਂ ਤੁਸੀਂ 15 ਅੰਕ ਆਸਾਨੀ ਨਾਲ ਲੈ ਸਕਦੇ ਹੋ ਜੇਕਰ ਤੁਸੀਂ ਬਹੁਤ ਧਿਆਨ ਦੇ ਨਾਲ ਜਿਹੜੇ ਪੈਰੇ ਦਿੱਤੇ ਗਏ ਪੈਰੇ ਨੂੰ ਪੜ੍ਹੋਗੇ ਔਰ ਨਾਲ ਉਹਦੇ ਨਾਲ ਸੰਬੰਧਿਤ ਜਿਹੜੇ ਪ੍ਰਸ਼ਨਾਂ ਦੇ ਉੱਤਰ ਦੇਵੋਗੇ। ਵਿਆਕਰਨ ਜਿਹੜਾ ਹੈ ਉਹ ਵੀ ਬਹੁ ਵਿਕਲਪੀ ਦੇ ਰੂਪ ਵਿੱਚ ਹੀ ਪੁੱਛਿਆ ਜਾਊਗਾ। ਟਰਮ 1 ਵਿੱਚ ਵਿਰੋਧੀ ਸ਼ਬਦ ਆਊਗਾ ਜੀ ਟਰਮ 1 ਦੇ ਵਿੱਚ। ਲਿੰਗ ਆਉਣਗੇ, ਸ਼ਬਦ ਸ਼ੁੱਧੀ, ਵਿਰੋਧੀ ਸ਼ਬਦ 4 ਅੰਕਾਂ ਦਾ ਹੋਏਗਾ ਅਤੇ ਲਿੰਗ ਵੀ 4 ਅੰਕਾਂ ਦਾ ਆਵੇਗਾ। ਸ਼ਬਦ ਸ਼ੁੱਧੀ ਜਿਹੜੀ ਹੈ 4 ਅੰਕਾਂ ਦੀ ਹੋਵੇਗੀ। ਇਸ ਤਰ੍ਹਾਂ ਜਿਹੜਾ ਤੁਹਾਡਾ ਵਿਆਕਰਨ ਵਾਲਾ ਹਿੱਸਾ ਹੈ ਉਹ ਆਏਗਾ 12 ਅੰਕਾਂ ਦਾ। ਪਾਠ ਪੁਸਤਕਾਂ 'ਤੇ ਆਧਾਰਿਤ ਯਾਨੀ ਟੈਕਸਟ ਬੁੱਕਸ ਬੇਸਡ ਮਲਟੀਪਲ ਚੋਇਸ ਕੁਐਸਚਨਸ, ਇਹ ਆਉਣਗੇ ਜੀ ਤੁਹਾਨੂੰ 13 ਅੰਕਾਂ ਦੇ। ਕਹਾਣੀ ਵਿੱਚੋਂ ਆਉਣਗੇ 4 ਅੰਕਾਂ ਦੇ, ਵਾਰਤਕ ਵਿੱਚੋਂ ਆਉਣਗੇ 4 ਅੰਕਾਂ ਦੇ, ਐਵੇਂ ਕਵਿਤਾ ਦੇ ਵਿੱਚੋਂ ਵੀ ਆਉਣਗੇ 5 ਅੰਕਾਂ ਦੇ। ਇਸ ਤਰ੍ਹਾਂ ਇਹ ਪੂਰਾ ਹਿੱਸਾ ਯਾਨੀ ਪਾਠ ਪੁਸਤਕਾਂ ਦੀ ਆਧਾਰਿਤ ਜਿਹੜਾ ਹਿੱਸਾ ਹੈ ਇਹ ਆਏਗਾ 13 ਅੰਕਾਂ ਦਾ। ਹੁਣ ਕਿਹੜੇ ਪਾਠ ਆਉਣਗੇ, ਕਿਹੜੇ ਚੈਪਟਰਸ ਆਉਣਗੇ, ਇਹ ਵੀ CBSE ਨੇ ਦੱਸਿਆ ਹੈ। ਸਾਹਿਤ ਮਾਲਾ ਜਿਹੜੀ ਤੁਹਾਡੀ ਬੁੱਕ ਹੈਗੀ ਹੈ, ਕਿਤਾਬ ਹੈਗੀ ਹੈ, ਉਹਦੇ ਵਿੱਚੋਂ ਕਾਵਿ ਰਚਨਾਵਾਂ ਨੋਟ ਕਰ ਲਓ ਜੀ। ਸਮਾਂ ਜਿਹੜੀ ਕਵਿਤਾ ਹੈ ਭਾਈ ਵੀਰ ਸਿੰਘ ਜੀ ਦੀ ਲਿਖੀ ਹੋਈ ਉਹ ਆਏਗੀ। ਵਿਸਾਖੀ ਦਾ ਮੇਲਾ ਜੋ ਧਨੀ ਰਾਮ ਚਾਤ੍ਰਿਕ ਜੀ ਦਾ ਲਿਖਿਆ ਹੋਇਆ ਹੈ ਕਵਿਤਾ ਹੈ ਉਹ ਆਏਗੀ।
ਵਾਰਤਕ ਵਿੱਚੋਂ ਵਹਿਮੀ ਤਾਇਆ ਜੋ ਸੂਬਾ ਸਿੰਘ ਜੀ ਦਾ ਲਿਖਿਆ ਹੋਇਆ ਹੈ ਉਹ ਆਏਗਾ ਪਾਠ ਜੀ। ਔਰ ਮੁੜ ਵੇਖਿਆ ਪਿੰਡ ਬਲਰਾਜ ਸਾਨੀ ਜੀ ਦਾ ਲਿਖਿਆ ਹੋਇਆ ਇਹ ਪਾਠ ਆਏਗਾ। ਵੰਨਗੀ ਦੇ ਵਿੱਚੋਂ ਯਾਨੀ ਜਿਹਦੇ 'ਚ ਪੰਜਾਬੀ ਕਹਾਣੀਆਂ ਅਤੇ ਇਕਾਂਗੀ ਹੈ ਤੁਹਾਡੀ ਬੁੱਕ ਦੇ ਵਿੱਚ, ਉਹਦੇ ਵਿੱਚੋਂ ਕਹਾਣੀ ਆਏਗੀ ਜੀ ਜਨਮ ਦਿਨ, ਸਵਿੰਦਰ ਸਿੰਘ ਉੱਪਲ ਜੀ ਦੀ ਲਿਖੀ ਹੋਈ। ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਟਰਮ 2 ਦੀ। ਟਰਮ 2 ਦੇ ਵਿੱਚ ਵੀ ਤੁਹਾਨੂੰ ਜਿਵੇਂ ਪਹਿਲਾਂ ਮੈਂ ਦੱਸਿਆ ਕਿ 40 ਅੰਕਾਂ ਦੀ ਹੀ ਹੋਏਗੀ, ਅਤੇ ਇਹਦੇ ਵਿੱਚ ਵਿਆਕਰਨ ਦੇ ਵਿੱਚੋਂ ਕਿਹੜੇ ਪਾਠ ਆਉਣਗੇ ਨੋਟ ਕਰ ਲਓ ਜੀ। ਵਿਸਮਿਕ ਆਏਗਾ ਜਿਹਦੇ 'ਚ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਚੋਣ ਆਧਾਰਿਤ ਪੁੱਛੇ ਜਾਣਗੇ। ਜਿਵੇਂ ਟਰਮ 1 ਦੇ ਵਿੱਚ ਤੁਹਾਨੂੰ ਬਹੁ ਵਿਕਲਪੀ ਪ੍ਰਸ਼ਨ ਉੱਤਰ ਪੁੱਛੇ ਜਾਣਗੇ, ਇਹਦੇ ਵਿੱਚ ਤੁਹਾਨੂੰ ਦੂਸਰੇ ਢੰਗ ਦੇ ਨਾਲ ਪ੍ਰਸ਼ਨ ਦਿੱਤੇ ਜਾਣਗੇ ਜਿਹਦੇ ਵਿੱਚ ਤੁਸੀਂ ਲਿਖਤੀ ਜਿਹੜੀ ਹੈ ਆਪਣਾ ਕੌਸ਼ਲ ਦਿਖਾਉਣਾ ਹੈਗਾ ਜੀ। ਇਹਦੇ ਇਸ ਕਰਕੇ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਚੋਣ ਆਧਾਰਿਤ ਆਉਣਗੇ। ਇਹ ਆਉਣਗੇ ਜੀ 4 ਅੰਕਾਂ ਦੇ। ਮੁਹਾਵਰੇ ਆਉਣਗੇ ਊੜੇ ਤੋਂ ਹਾਹੇ ਤੱਕ, ਵਾਕਾਂ ਵਿੱਚ ਵਰਤ ਕੇ ਅਰਥ ਸਪਸ਼ਟ ਕਰਨਾ ਆਏਗਾ। ਚੋਣ ਆਧਾਰਿਤ ਹੋਣਗੇ ਪਰ ਵਾਕਾਂ 'ਚ ਵਰਤ ਕੇ ਅਰਥ ਸਪਸ਼ਟ ਕਰਨਾ ਹੋਵੇਗਾ। 4 ਅੰਕਾਂ ਦਾ ਆਏਗਾ। ਇਸ ਤੋਂ ਅੱਗੇ ਆਏਗਾ ਪ੍ਰਭਾਵਸ਼ਾਲੀ ਲਿਖਣ ਕੌਸ਼ਲ, ਜਿਹਨੂੰ ਅਸੀਂ ਰਾਈਟਿੰਗ ਸਕਿੱਲ ਕਹਿੰਦੇ ਹਾਂ ਇੰਗਲਿਸ਼ ਵਿੱਚ। 15 ਅੰਕਾਂ ਦਾ ਇਹ ਹੋਏਗਾ। ਲੇਖ ਰਚਨਾ, ਜਿਹਦੇ ਵਿੱਚ ਵਿਚਾਰ ਪ੍ਰਧਾਨ ਅਤੇ ਆਮ ਵਿਸ਼ੇ ਵਗੈਰਾ ਹੋ ਸਕਦੇ ਹੈ। 200 ਸ਼ਬਦਾਂ ਦੇ ਵਿੱਚ ਲਿਖਣਾ ਹੋਵੇਗਾ। ਆਮ ਤੌਰ 'ਤੇ ਵਿਦਿਆਰਥੀ ਇਸ ਗੱਲ ਨੂੰ ਲੈ ਕੇ ਹਮੇਸ਼ਾ ਹੀ ਕਨਫਿਊਜ਼ ਰਹਿੰਦੇ ਕਿੰਨੇ ਸ਼ਬਦਾਂ 'ਚ ਲਿਖਣਾ ਹੈ, ਅਤੇ CBSE ਨੇ ਬਹੁਤ ਹੀ ਸਪਸ਼ਟ ਭਾਸ਼ਾ 'ਚ ਲਿਖਿਆ ਹੈ ਕਿ 200 ਸ਼ਬਦਾਂ ਵਿੱਚ ਲਿਖਣਾ ਹੈ। 3 ਲੇਖ ਦਿੱਤੇ ਜਾਣਗੇ, ਚੋਣ ਆਧਾਰਿਤ ਹੋਣਗੇ, ਨੁਕਤਿਆਂ ਸਹਿਤ ਦਿੱਤੇ ਜਾਣਗੇ। ਨੁਕਤੇ ਜਦੋਂ ਦਿੱਤੇ ਜਾਂਦੇ ਹੈ ਤੁਹਾਡੀ ਬਹੁਤ ਹੀ ਅੱਛੇ ਢੰਗ ਨਾਲ ਮਦਦ ਹੋ ਜਾਂਦੀ ਹੈ। ਅਤੇ 3 ਲੇਖਾਂ ਦੇ ਵਿੱਚੋਂ 1 ਲੇਖ ਲਿਖਣਾ ਹੈ। 8 ਅੰਕਾਂ ਦਾ ਹੋਏਗਾ। ਪੱਤਰ ਰਚਨਾ ਜਿਹੜੀ ਹੈ ਨਿੱਜੀ ਅਤੇ ਦਫ਼ਤਰੀ, ਠੀਕ ਹੈ ਜੀ। ਇਹ ਇਸ ਤਰ੍ਹਾਂ ਦੀ ਪੱਤਰ ਰਚਨਾ ਤੁਹਾਨੂੰ ਆ ਸਕਦੀ ਹੈ। 2 ਪੱਤਰ ਦਿੱਤੇ ਜਾਣਗੇ, ਚੋਣ ਆਧਾਰਿਤ ਹੋਣਗੇ, ਇਹ ਵੀ ਨੁਕਤਿਆਂ ਸਹਿਤ ਹੀ ਹੋਣਗੇ। ਇਹ 7 ਅੰਕਾਂ ਦਾ ਹੋਊਗਾ। ਪਾਠ ਪੁਸਤਕਾਂ 'ਤੇ ਆਧਾਰਿਤ ਯਾਨੀ ਟੈਕਸਟ ਜਿਹੜੀ ਬੁੱਕਸ 'ਤੇ ਆਧਾਰਿਤ ਪ੍ਰਸ਼ਨ ਉੱਤਰ। ਅਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਜਿਹੜੇ 1 ਅੰਕ ਵਾਲੇ ਹੋਣਗੇ, ਉਹ ਹੋਣਗੇ ਜੀ 5। ਉਹ ਹੋਣਗੇ ਕਵਿਤਾ ਅਤੇ ਕਹਾਣੀ ਵਿੱਚੋਂ 1 ਸ਼ਬਦ ਵਾਲੇ। ਛੋਟੇ ਉੱਤਰਾਂ ਵਾਲੇ ਪ੍ਰਸ਼ਨ 2 ਅੰਕ ਵਾਲੇ ਹੋਣਗੇ। 25 ਤੋਂ 30 ਸ਼ਬਦਾਂ ਦੇ ਵਿੱਚ ਲਿਖਣਾ ਹੋਊਗਾ। ਇਹ ਆਉਣਗੇ ਜੀ 4 ਅੰਕਾਂ ਦੇ ਕਹਾਣੀ ਅਤੇ ਇਕਾਂਗੀ ਵਿੱਚੋਂ। ਵੱਡੇ ਉੱਤਰਾਂ ਵਾਲੇ ਪ੍ਰਸ਼ਨ 50 ਤੋਂ 60 ਸ਼ਬਦਾਂ ਦੇ ਵਿੱਚ ਇਹਦਾ ਉੱਤਰ ਤੁਸੀਂ ਲਿਖਣਾ ਹੋਊਗਾ। ਇਹ ਆਉਣਗੇ ਜੀ ਤੁਹਾਡੀ ਵਾਰਤਕ ਵਿੱਚੋਂ। ਇਹ ਵੀ ਚੋਣ ਆਧਾਰਿਤ ਹੋਣਗੇ। ਇਹ 4 ਅੰਕਾਂ ਦੇ ਹੋਣਗੇ। ਇਕਾਂਗੀ 'ਚੋਂ ਵੱਡੇ ਉੱਤਰਾਂ ਵਾਲੇ ਪ੍ਰਸ਼ਨ 50 ਤੋਂ 60 ਸ਼ਬਦਾਂ ਦੇ ਵਿੱਚ, ਇਹ ਵੀ ਚੋਣ ਆਧਾਰਿਤ ਹੋਣਗੇ ਅਤੇ 4 ਅੰਕਾਂ ਦੇ ਹੋਣਗੇ। ਹੁਣ ਅਸੀਂ ਗੱਲ ਕਰਦੇ ਹਾਂ ਕਿਹੜੇ ਪਾਠ ਜਿਹੜੇ ਹੈ ਟਰਮ 2 ਦਾ ਹਿੱਸਾ CBSE ਨੇ ਦਿੱਤੇ ਹੈ। ਸਾਹਿਤਮਾਲਾ, ਸਾਹਿਤਮਾਲਾ ਜਿਹਦੇ ਵਿੱਚ ਤੁਹਾਡੀ ਪੰਜਾਬੀ ਕਵਿਤਾ ਅਤੇ ਵਾਰਤਕ ਹੈ, ਉਹਦੇ ਵਿੱਚੋਂ ਆਊਗਾ ਜੀ ਨਵੀਂ ਪੁਰਾਣੀ ਤਹਿਜ਼ੀਬ ਕਵਿਤਾ, ਵਿਧਾਤਾ ਸਿੰਘ ਤੀਰ ਜੀ ਦੀ ਲਿਖੀ ਹੋਈ ਹੈ। ਮਾਤਾ ਗੁਜਰੀ ਜੀ, ਇਹ ਨੰਦ ਲਾਲ ਨੂਰਪੁਰੀ ਜੀ ਦੀ ਲਿਖੀ ਹੋਈ ਹੈ। ਵਾਰਤਕ ਵਿੱਚੋਂ ਹੀ ਬੇਬੇ ਜੀ ਡਾਕਟਰ ਹਰਪਾਲ ਸਿੰਘ ਪੰਨੂ ਜੀ ਦੀ ਲਿਖੀ ਹੋਈ ਜਿਹੜੀ ਹੈ ਇਕਾਂਗੀ ਆਏਗੀ। ਸੋ ਇਕਾਂਗੀ ਨਹੀਂ, ਬੇਬੇ ਜੀ ਜਿਹੜੀ ਹੈ ਡਾਕਟਰ ਹਰਪਾਲ ਸਿੰਘ ਪੰਨੂ ਜੀ ਦੀ ਲਿਖਿਆ ਹੋਇਆ ਜਿਹੜਾ ਪਾਠ ਹੈ ਉਹ ਆਏਗਾ। ਵੰਨਗੀ ਵਿੱਚੋਂ ਜਾਂ ਵੰਨਗੀ ਵਿੱਚ ਜਿਹੜੀ ਪੰਜਾਬੀ ਕਹਾਣੀ ਅਤੇ ਇਕਾਂਗੀ ਆ ਉਹਦੇ ਵਿੱਚੋਂ ਦੇਖੋ ਜੀ ਕੀ ਆਉਣਾ ਹੈ। ਸਾਂਝੀ ਕੰਧ, ਸੰਤੋਖ ਸਿੰਘ ਧੀਰ ਜੀ ਦੀ ਲਿਖੀ ਹੋਈ। ਬੱਸ ਕੰਡਕਟਰ ਡਾਕਟਰ ਦਲੀਪ ਕੌਰ ਟਿਵਾਣਾ ਜੀ ਦੀ ਲਿਖੀ ਹੋਈ ਕਹਾਣੀ, ਇਹ ਤੁਹਾਡੀ ਜਿਹੜੀ ਹੈ ਟਰਮ 2 ਦਾ ਹਿੱਸਾ ਹੈ। ਐਵੇਂ ਇਕਾਂਗੀ ਸਿਰਜਣਾ ਜਿਹੜੀ ਪਾਲੀ ਭੁਪਿੰਦਰ ਜੀ ਦੀ ਲਿਖੀ ਹੋਈ ਹੈ ਰਚਨਾ, ਉਹ ਤੁਹਾਡੀ ਟਰਮ 2 ਦੇ ਸਿਲੇਬਸ ਦਾ ਹਿੱਸਾ ਹੈ। ਵਿਸ਼ੇਸ਼ ਕਥਨ ਲਿਖਿਆ CBSE ਨੇ ਸੈਸ਼ਨ 2021 ਤੇ 22 ਜਾਰੀ ਪੰਜਾਬੀ ਦੇ ਇਸ ਸੋਧੇ ਹੋਏ ਪਾਠਕ੍ਰਮ ਵਿੱਚ ਟਰਮ 1 ਦੀ ਪ੍ਰੀਖਿਆ ਵਿੱਚ 40 ਅੰਕਾਂ ਦੇ ਬਹੁ ਵਿਕਲਪੀ ਪ੍ਰਸ਼ਨ ਹੋਣਗੇ ਅਤੇ ਆਂਤਰਿਕ ਮੁਲਾਂਕਣ 10 ਅੰਕਾਂ ਦਾ ਹੋਵੇਗਾ।
ਟਰਮ 2 ਦੀ ਲਿਖਤੀ ਪ੍ਰੀਖਿਆ ਵਰਣਾਤਮਕ ਹੋਵੇਗੀ, ਜਿਸ ਵਿੱਚ 40 ਅੰਕਾਂ ਦੇ ਵੱਖ-ਵੱਖ ਪ੍ਰਸ਼ਨ ਪੁੱਛੇ ਜਾਣਗੇ ਅਤੇ ਆਂਤਰਿਕ ਮੁਲਾਂਕਣ 10 ਅੰਕਾਂ ਦਾ ਹੋਵੇਗਾ। ਸੋ ਪਿਆਰੇ ਵਿਦਿਆਰਥੀਓ, ਉਮੀਦ ਹੈ ਤੁਹਾਨੂੰ ਜਿਹੜਾ ਨਵਾਂ ਪੈਟਰਨ ਹੈ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਸੋ ਪਿਆਰੇ ਵਿਦਿਆਰਥੀਓ, ਪੜ੍ਹਦੇ ਰਹੋ ਅਤੇ ਪੜ੍ਹਾਈ ਦੇ ਨਾਲ ਜੁੜੇ ਰਹੋ।